ਜੇ ਸਰੂਪ 14 ਸੀ ਤੇ 80 ਦੇ ਸਾਈਨ ਕਿਵੇਂ ਕਰਤੇ ਤੁਸੀਂ? ਉੱਥੇ ਅੱਗ ਲੱਗਣ ਦੀ ਘਟਨਾ ਵਾਪਰ ਗਈ ਤੇ ਉਹਨਾਂ ਨੂੰ ਰਿਕਾਰਡ ਦੇ ਵਿੱਚ ਨਾਂ ਦਰਜ ਕਰਨਾ, ਇਹਦਾ ਕੀ ਮਤਲਬ ਆਂਦਾ? ਤਾਂ ਇੱਕ ਗੁਟਕਾ ਅਗਨ ਭੇਟ ਹੋ ਜਵੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਤੇ ਲੋਕਾਂ ਨੇ ਤੁਹਾਡਾ ਜਿਉਣਾ ਆਰਾਮ ਕਰ ਦੇਣਾ ਸੀਗਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਮੀਤ ਪ੍ਰਧਾਨ ਉਹ ਤਾਂ ਆਪਣੇ ਪੋਲੀਟੀਕਲ ਮਵਾਦਾਂ ਲਈ ਕਦੇ ਕੁਝ ਕਹਿਣਗੇ ਕਦੇ ਕੁਝ ਕਹਿਣਗੇ। ਤੁਹਾਡੇ ਸਿਸਟਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵੱਡੇ ਵੱਡੇ ਸਵਾਲ ਹੁੰਦੇ ਹੋ ਤੇ ਤੁਹਾਨੂੰ ਪਰਿਵਾਰ ਜ਼ਿਆਦਾ ਪਿਆਰਾ ਹੋ ਗਿਆ। ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨੀ ਦਿਨੀ ਇੱਕ ਗੰਭੀਰ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ, ਜਿਹੜਾ ਕਿ ਸ਼੍ਰੋਮਣੀ ਕਮੇਟੀ ਨੇ ਖੁਦ ਹੀ ਪੈਦਾ ਕੀਤਾ। ਇਹ ਸਾਬਿਤ ਹੋ ਚੁੱਕਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਂਚ ਰਿਪੋਰਟ ਆਉਣ ਤੋਂ ਬਾਅਦ ਕਈ ਜਿਹੜੇ ਐਸਜੀਪੀਸੀ ਦੇ ਵੱਡੇ ਜਿਹੜੇ ਅਧਿਕਾਰੀ ਨੇ ਜਾਂ ਕਹਿ ਲਈਏ ਕਿ ਛੋਟੇ ਮੁਲਾਜ਼ਮ ਨੇ, ਉਹਨਾਂ ਦੇ ਉੱਤੇ ਗਾਜ ਡਿੱਗੀ ਹੈ। ਪਰ ਇਹ ਵੀ ਸਿੱਖ ਕੌਮ ਦੇ ਇੱਕ ਹਿੱਸੇ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਕਿ ਜਾਂਚ ਹਾਲੇ ਅਧੂਰੀ ਹੈ। ਸੋ ਇਸ ਜਾਂਚ ਦੇ ਵਿੱਚ ਇੱਕ ਵਿਅਕਤੀ ਦਾ ਨਾਮ ਹੈ, ਮੁੱਖ ਸਕੱਤਰ ਜਿਹੜੇ ਰਹੇ ਨੇ, ਜਿਹੜੇ ਕਿ ਹੁਣ ਸਾਬਕਾ ਹੋ ਚੁੱਕੇ ਨੇ, ਡਾਕਟਰ ਰੂਪ ਸਿੰਘ। ਡਾਕਟਰ ਰੂਪ ਸਿੰਘ ਨੇ ਇਸ ਸਭ ਦੇ ਦਰਮਿਆਨ ਅਸਤੀਫਾ ਦੇ ਦਿੱਤਾ ਹੈ। ਕਾਰਵਾਈ ਦੇ ਦੌਰਾਨ ਉਹਨਾਂ ਦਾ ਸਿਰਫ ਅਸਤੀਫਾ ਪ੍ਰਵਾਨ ਕੀਤਾ ਗਿਆ। ਅੱਜ ਡਾਕਟਰ ਰੂਪ ਸਿੰਘ ਆਪਣਾ ਇੱਕ ਸਪਸ਼ਟੀਕਰਨ ਫੇਸਬੁੱਕ ਤੇ ਦੇ ਰਹੇ ਨੇ। ਉਹਨਾਂ ਨੇ ਲਿਖਿਆ ਹੈ ਕਿ ਮੈਂ ਇਖਲਾਕੀ ਜ਼ਿੰਮੇਵਾਰੀ ਮੰਨ ਕੇ ਆਪਣਾ ਅਸਤੀਫਾ ਦਿੱਤਾ ਸੀ। ਜੇ ਮੈਂ ਕੈਨੇਡਾ ਗਿਆ ਸੀ ਤਾਂ ਆਪਣੀ ਪਰਿਵਾਰਿਕ ਸਮੱਸਿਆ ਦੇ ਕਾਰਨ, ਪਰਿਵਾਰਿਕ ਮਜਬੂਰੀ ਦੇ ਕਾਰਨ ਮੈਨੂੰ ਕੈਨੇਡਾ ਜਾਣਾ ਪਿਆ ਸੀ ਤੇ ਮੈਂ ਬਕਾਇਦਾ 40 ਦਿਨ ਦੀ ਛੁੱਟੀ ਲੈ ਕੇ ਗਿਆ ਸੀ ਐਸਜੀਪੀਸੀ ਪ੍ਰਧਾਨ ਤੋਂ। ਉਹਨਾਂ ਨੇ ਇੱਕ ਜਿਹੜਾ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਦੋਸ਼ੀਆਂ ਨੂੰ ਛੱਡ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ, ਜਿਹੜੀ ਕਿ ਗਿਣੀ ਮਿਥੀ ਸਾਜ਼ਿਸ਼ ਹੈ। ਅੱਜ ਸਾਡੇ ਨਾਲ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ। ਉਹ ਇੱਕ ਚਿੱਠੀ ਲੈ ਕੇ ਆਏ ਨੇ ਜਿਹੜੀ ਕਿ ਡਾਕਟਰ ਰੂਪ ਸਿੰਘ ਦੇ ਉੱਤੇ ਸਵਾਲ ਖੜੇ ਕਰਦੀ ਹੈ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਚਿੱਠੀ ਜਿਹੜੀ ਤੁਹਾਡੇ ਕੋਲ ਹੈ ਉਹਦੇ ਵਿੱਚ ਕੀ ਹੈ, ਕੀ ਖੁਲਾਸਾ ਹੈ? ਦੇਖੋ, ਉਹਦੇ ਵਿੱਚ ਜਿਹੜੀ ਗੱਲ ਤੁਸੀਂ ਡਾਕਟਰ ਰੂਪ ਸਿੰਘ ਹੋਰਾਂ ਦੀ ਕੀਤੀ ਹੈ, ਨਿੱਜੀ ਤੌਰ ਤੇ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ। ਮੈਂ ਸਮਝਦਾ ਸੀ ਕਿ ਬੜੇ ਵਿਦਵਾਨ ਨੇ, ਕਾਫੀ ਕਿਤਾਬਾਂ ਵਗੈਰਾ ਲਿਖਦੀਆਂ ਨੇ, ਪਰ ਜੋ ਕੁਝ ਇਸ ਘਟਨਾਕ੍ਰਮ ਦੇ ਵਿੱਚ ਉਹਨਾਂ ਦਾ ਇੱਕ ਰੋਲ ਸਾਹਮਣੇ ਆਇਆ, ਮੈਂ ਨਿੱਜੀ ਤੌਰ ਤੇ ਬੜਾ ਨਿਰਾਸ਼ ਹੋਇਆ ਉਸ ਤੋਂ ਜੀ। ਉਹਦਾ ਕਾਰਨ ਇਹ ਆ, ਚਿੱਠੀ ਦੀ ਗੱਲ ਤੋਂ ਪਹਿਲਾਂ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਜੀ, ਜਸਟਿਸ ਅਜੀਤ ਸਿੰਘ ਬੈਂਸ, ਜਿਨ੍ਹਾਂ ਨੂੰ ਕੋਈ ਭੁੱਲਿਆ ਨਹੀਂ ਹੋਇਆ, ਉਹਨਾਂ ਦਾ ਨਾਂ, ਉਹਨਾਂ ਦੀ ਕੁਰਬਾਨੀ, ਉਹਨਾਂ ਨੇ ਇਹ ਗੱਲ ਮੀਡੀਆ ਦੇ ਵਿੱਚ ਕੀਤੀ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਸਲੇ 'ਚ। ਬਿਲਕੁਲ ਜੀ। ਔਰ ਉਹਨਾਂ ਨੇ ਕਿਹਾ ਕਿ ਗੁਰੂ ਰਾਮਸਰ ਸਾਹਿਬ ਦੇ ਵਿੱਚ 80 ਸਰੂਪ ਅਗਨ ਭੇਟ ਹੋਏ, ਗੋਇੰਦਵਾਲ ਸਾਹਿਬ ਉਹ ਚੋਰੀ ਤੇ ਸੰਸਕਾਰ ਕੀਤਾ ਗਿਆ ਔਰ ਕੋਈ ਉਹਦਾ ਪਛਤਾਵਾ ਨਹੀਂ ਕੀਤਾ, ਪਛਤਾਤਾਪ ਜੀ। ਗੰਭੀਰ ਸਵਾਲ ਸੀ। ਤੋਂ ਮੈਂ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਪੰਥਕ ਅਕਾਲੀ ਲਹਿਰ ਵੱਲੋਂ ਮੈਂ ਸਵਾਲ ਕੀਤਾ ਸ਼੍ਰੋਮਣੀ ਕਮੇਟੀ ਦੇ ਸਿਸਟਮ ਨੂੰ ਕਿ ਜੋ ਇਹ ਗੱਲਾਂ ਕਹੀਆਂ ਗਈਆਂ ਨੇ, ਇਹਨੂੰ ਤੁਸੀਂ ਸਪਸ਼ਟ ਕਰੋ, ਇਹਦੇ ਵਿੱਚ ਕੀ ਝੂਠ ਹੈ, ਕੀ ਸੱਚ ਹੈ। ਉਦੋਂ ਇੱਕ ਪ੍ਰੈਸ ਕਾਨਫਰੰਸ ਸ਼੍ਰੋਮਣੀ ਕਮੇਟੀ ਵੱਲੋਂ ਹੋਈ ਜਿਹਦੇ ਵਿੱਚ ਸਰਦਾਰ ਰੂਪ ਸਿੰਘ ਬੈਠੇ ਸੀ। ਉਹਦੇ ਵਿੱਚ ਜਸਟਿਸ ਅਜੀਤ ਸਿੰਘ ਦੀ ਕਾਨਫਰੰਸ ਤੋਂ ਬਾਅਦ ਮੇਰੀ ਵੀਡੀਓ ਆਈ ਜਿਹਦੇ ਵਿੱਚ ਮੈਂ ਸਵਾਲ ਉਠਾਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਤੇ ਉਹ, ਕਿਉਂਕਿ ਭਾਵੇਂ ਕੋਈ ਉਹਨਾਂ ਦੇ ਨਾਲ ਪੋਲੀਟੀਕਲ ਬੰਦਾ ਸੀ ਪਰ ਇਹ ਮੁੱਖ ਸਕੱਤਰ ਸੀ, ਇਸ ਕਰਕੇ ਅਸੀਂ ਇਹਨਾਂ ਦੀ ਗੱਲ ਨੂੰ, ਜੋ ਇਹਨਾਂ ਨੇ ਪ੍ਰੈਸ ਦੇ ਵਿੱਚ ਕਹੀ, ਉਹਦੇ ਤੇ ਅਸੀਂ ਜ਼ਿਆਦਾ ਤਵੱਜੋ ਜਿਹੜੀ ਹੈ ਉਹ ਦਿੰਦੇ ਆ ਜੀ ਜੀ। ਉਹਦੇ ਵਿੱਚ ਇਹਨਾਂ ਨੇ ਕਿਹਾ ਜੀ ਇਹ ਬਿਲਕੁਲ ਝੂਠ ਹੈ, ਅਜਿਹਾ ਇੱਥੇ ਕੁਝ ਨਹੀਂ ਹੋਇਆ, ਇਹ ਸਾਡੇ ਤੇ ਬੇਬੁਨਿਆਦ ਇਲਜ਼ਾਮ ਨੇ, ਬਲਕਿ ਇਹ ਇੰਨੇ ਸਰੂਪ ਨਹੀਂ ਹੈਗੇ, ਸਰੂਪ 14 ਨੇ। ਤੇ ਇਹ ਸਾਰਾ ਕੁਝ ਮੀਡੀਆ ਦੇ ਵਿੱਚ ਆ ਚੁੱਕਿਆ, ਦੁਬਾਰੇ ਕਰਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾਂਦਾ ਹੈ। ਇਹ ਲੋਕ ਮਾਫੀ ਮੰਗਣ, ਇੱਥੇ ਵੀ ਨਹੀਂ ਰੁਕੇ। ਇਹ ਮਤਲਬ ਚਾਹੇ ਜਸਟਿਸ ਅਜੀਤ ਸਿੰਘ ਦੀ ਸੰਸਥਾ ਸੀ ਜਾਂ ਮੇਰਾ ਬਿਆਨ ਸੀ ਜਾਂ ਕਿਸੇ ਭਾਈ ਰਣਜੀਤ ਸਿੰਘ ਹੋਰਾਂ ਦਾ ਸੀ, ਕਿੰਨੇ ਜਣੇ ਬੋਲੇ, ਇਹ ਕਹਿੰਦੇ ਮਾਫੀ ਮੰਗਣ ਸਾਰੇ ਜਣੇ। ਇਹ ਸਾਤੋਂ ਜਣੇ ਇਹ ਮਾਫੀ ਮੰਗਾਉਂਦੇ ਸੀਗੇ। ਜਿਹੜੀ ਉਹਨਾਂ ਨੇ ਜਸਟਿਸ ਅਜੀਤ ਸਿੰਘ ਨੇ ਗੱਲ ਕੀਤੀ ਸੀ ਵੀ 80 ਸਰੂਪ ਜਿਹੜੇ ਗੋਇੰਦਵਾਲ ਸਾਹਿਬ ਭੇਜੇ ਗਏ, ਜਿਹੜੇ ਸੜ ਗਏ, ਜਿੰਨੇ ਵੀ ਉਹ ਐਲੀਗੇਸ਼ਨ ਲੱਗੇ, ਚਾਹੇ ਉਹ ਪਛਤਾਤਾਪ ਦਾ ਸੀ, ਚਾਹੇ ਉਹ ਚੋਰੀ ਤੇ ਜਾ ਕੇ ਸੰਸਕਾਰ ਕਰਨ ਦਾ ਸੀ ਜਾਂ ਉਹਨੂੰ ਲੁਕਾਉਣ ਦਾ ਸੀ, ਕਹਿੰਦੇ ਜੇ ਤਾਂ ਸਾਰਾ ਕੁਝ ਮੀਡੀਆ ਦੇ ਵਿੱਚ ਆ ਗਿਆ, ਬਿਲਕੁਲ ਸਭ ਨੂੰ ਰੱਦ ਕੀਤਾ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੁੱਛਿਆ ਵੀ ਅਸੀਂ ਇੱਕ ਸਦੀ ਪਹਿਲਾਂ ਦਾ ਤੁਹਾਨੂੰ ਸਵਾਲ ਨਹੀਂ ਕੀਤੀ, ਜੇ 18 ਮਈ 19 ਮਈ 2016 ਦੀ ਘਟਨਾ ਲਿਆਓ, ਚੈਨਲਾਂ ਦੀਆਂ ਖਬਰਾਂ, ਅਸੀਂ 80 ਸਰੂਪ ਛੱਡ ਕੇ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਆ
14 ਸਰੂਪਾਂ ਦੀ। ਬਿਲਕੁਲ ਲਿਆਓ ਖਬਰ ਸਾਨੂੰ ਪੜਾਓ, ਮਤਲਬ ਜਿਹੜੇ ਅਖਬਾਰ 'ਚ ਲੱਗੀ ਸੀ ਵੀ 14 ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਅਗਨ ਭੇਟ ਹੋ ਗਏ। ਮੈਂ ਕਹਿੰਦਾ ਸਰੂਪ ਤਾਂ ਇੱਕ ਗੁਟਕਾ ਅਗਨ ਭੇਟ ਹੋ ਜਵੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਤੇ ਲੋਕਾਂ ਨੇ ਤੁਹਾਡਾ ਜਿਉਣਾ ਆਰਾਮ ਕਰ ਦੇਣਾ ਸੀਗਾ। ਬਿਲਕੁਲ। ਇਹ ਵੀ ਜਿਹੜਾ ਪ੍ਰੈਸ ਕਾਨਫਰੰਸ ਹੋਈ ਉਹ 'ਚ ਰਜਿੰਦਰ ਸਿੰਘ ਮਹਿਤਾ ਨਾਲ ਬੈਠੇ ਸੀ, ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ। ਉਹਨਾਂ ਨੇ ਕਿਹਾ ਸੀ ਕਿ 5 ਸਰੂਪ ਨੇ ਜਿਹੜੇ ਉਹ ਪਬਲਿਕੇਸ਼ਨ ਬਿਊਰੋ ਦੇ ਵਿੱਚ ਸੜ ਕੇ ਅਗਨ ਭੇਟ ਹੋ ਗਏ ਨੇ ਤੇ ਜਿਹੜੇ 9 ਸਰੂਪ ਨੇ ਉਹ ਫਿਰ ਅੱਗ ਨੂੰ ਬੁਝਾਉਣ ਦੇ ਲਈ ਜਿਹੜਾ ਪਾਣੀ ਛਿੜਕਿਆ ਜਾ ਰਿਹਾ ਸੀ ਉਹਦੇ 'ਚ ਖਰਾਬ ਹੋ ਗਏ, ਯਾਨੀ ਕਿ ਕੁੱਲ 14 ਸਰੂਪ। ਠੀਕ ਹੈ, ਇਹ ਤਾਂ ਤੁਸੀਂ ਜਸਟੀਫਾਈ ਤੁਸੀਂ ਸਾਰੀ ਪ੍ਰੈਸ ਦੇ ਵਿੱਚ ਉਹਨਾਂ ਦੇ ਹਿੰਦੁਸਤਾਨ ਟਾਈਮਸ ਵਰਗੇ ਵੱਡੇ ਅਖਬਾਰਾਂ 'ਚ। ਹਾਂਜੀ। ਹੁਣ ਮੈਂ ਤੁਹਾਨੂੰ ਇੱਕ ਚਿੱਠੀ ਦਿੱਤੀ ਹੈ ਜਿਹੜੀ ਆਫਿਸ ਨੋਟ ਹੈ ਸ਼੍ਰੋਮਣੀ ਕਮੇਟੀ ਦਾ 24/2/2020 ਦਾ, ਜੇ ਮੈਂ ਗਲਤ ਨਾ ਹੋਵਾਂ ਜੀ, ਉਹਦੇ ਵਿੱਚ ਇੱਕ ਕਮਲਜੀਤ ਸਿੰਘ ਦਾ ਲਿਖਿਆ ਹੋਇਆ ਨੋਟ ਹੈ ਜਿਹਦੇ ਉੱਤੇ ਡਾਕਟਰ ਰੂਪ ਸਿੰਘ ਦੇ ਦਸਖਤ ਨੇ। ਬਿਲਕੁਲ ਹੈਗੇ ਨੇ। ਉਹਦੇ ਵਿੱਚ ਲਿਖਿਆ ਹੈ ਵੀ 80 ਸਰੂਪ ਜਿਹੜੇ ਮਤਲਬ ਅਗਨ ਭੇਟ ਹੋਏ, ਜਿਨ੍ਹਾਂ ਦੇ ਵਿੱਚ ਕਾਫੀ ਸਾਰੇ ਸਰੂਪ ਜਿਹੜੇ ਨੇ ਪ੍ਰਕਾਸ਼ ਕਰਨ ਦੇ ਯੋਗ ਨਹੀਂ ਰਹੇ। ਬਿਲਕੁਲ, ਇਹ ਤੁਸੀਂ ਪੜ੍ਹੋ ਇਹਨਾਂ ਸਾਰਿਆਂ ਨੂੰ। ਹਾਂਜੀ। ਤਾਂ ਇਸ ਕਰਕੇ ਹੁਣ ਡਾਕਟਰ ਸਾਹਿਬ ਦੱਸੋਗੇ ਕਿਰਪਾ ਕਰਕੇ ਕੌਮ ਨੂੰ ਵੀ ਜੇ ਸਰੂਪ 14 ਸੀ ਤੇ 80 ਦੇ ਸਾਈਨ ਕਿਵੇਂ ਕਰਦੇ ਤੁਸੀਂ? ਬਿਲਕੁਲ, ਜਿਹੜੀ ਤੁਹਾਡੇ ਇਸ ਕਰਦਾਰ ਨੇ ਅੱਜ ਸਾਡੇ ਮਨ ਨੂੰ ਸੱਟ ਮਾਰੀ ਹੈ ਸਭ ਤੋਂ ਵੱਡੀ। ਇਸ ਕਰਕੇ ਮੈਂ ਕਦੇ ਨਿੱਜੀ ਤੌਰ ਤੇ, ਭੈਣ ਜੀ ਮੇਰਾ ਇਹ ਹੈ, ਮੈਂ ਕਦੇ ਕਿਸੇ ਬੰਦੇ ਨੂੰ ਨਿੱਜੀ ਤੌਰ ਤੇ ਨਹੀਂ, ਜੇ ਅਸੀਂ ਲੜਦੇ ਹਾਂ ਸਿਸਟਮ ਦੇ ਖਿਲਾਫ ਲੜਦੇ ਹਾਂ ਜੀ ਜੀ, ਤਾਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਬੰਦੇ ਦੇ ਮਤਲਬ ਅਸੀਂ ਉਹਨੂੰ ਉਹਦੇ ਅਖਲਾਕ ਨੂੰ ਉਹਦੇ ਤੇ ਚਿੱਕੜ ਸਿੱਟੀਏ। ਮੇਰਾ ਇਹ ਸੁਭਾਅ ਨਹੀਂ ਹੈਗਾ। ਪਰ ਇਹ ਚੀਜ਼ ਨੇ ਹੁਣ ਮੈਨੂੰ ਇਹ ਦੱਸੋ, ਉਦੋਂ ਤੁਸੀਂ ਸਾਨੂੰ ਕਹਿੰਦੇ ਮਾਫੀ ਮੰਗੋ। ਬਿਲਕੁਲ, ਸਰੂਪ 14 ਨੇ, ਅੱਜ ਤੁਸੀਂ 80 ਤੇ ਤੁਹਾਡੀ ਚਿੱਠੀ ਬਾਹਰ ਆ ਗਈ ਤੇ ਤੁਸੀਂ ਸਾਈਨ ਕਰਦੇ ਹੋ ਤੇ ਫਿਰ ਤੁਸੀਂ ਕਹਿੰਦੇ ਮੈਨੂੰ ਬਦਨਾਮ ਕੀਤਾ ਜਾਂਦਾ। ਮੈਂ ਕਹਿੰਦਾ ਬਦਨਾਮ ਨਹੀਂ, ਬਲਕਿ ਅਸਲ ਦੇ ਵਿੱਚ ਦੂਸਰੀ ਗੱਲ ਤੁਹਾਡੀ ਕਿਵੇਂ ਮੰਨ ਲਈਏ, ਤੁਸੀਂ ਕਹਿੰਦੇ ਹੋ ਜੀ ਮੇਰੀ ਘਰੇਲੂ ਮਜਬੂਰੀ ਸੀ, ਸਾਰੀ ਉਮਰ ਤੁਸੀਂ ਗ੍ਰੰਥ ਕਿਤਾਬਾਂ ਲਿਖੀਆਂ, PhD ਕੀਤੀ ਤੇ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਗੁਰੂ ਤੇ ਉੱਪਰ ਸਿੱਖ ਲਈ ਕੁਝ ਨਹੀਂ ਹੋ ਸਕਦਾ ਤੇ ਤੁਹਾਡੇ ਸਿਸਟਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵੱਡੇ ਵੱਡੇ ਸਵਾਲ ਹੁੰਦੇ ਹੋ ਤੇ ਤੁਹਾਨੂੰ ਪਰਿਵਾਰ ਜ਼ਿਆਦਾ ਪਿਆਰਾ ਹੋ ਗਿਆ ਜੀ, ਕਿਉਂਕਿ ਇੰਨੀ ਵੱਡੀ ਜਾਂਚ ਉਦੋਂ ਸ਼ੁਰੂ ਹੋ ਚੁੱਕੀ ਸੀ ਤੇ ਦਸਮ ਪਾਤਸ਼ਾਹ ਦੇ ਸੰਕਲਪ ਦਾ ਸ਼੍ਰੋਮਣੀ ਕਮੇਟੀ ਪ੍ਰਚਾਰ ਕਰੇ ਤੇ ਤੁਸੀਂ ਹੋਵੋ ਉਹਦੇ ਮੁੱਖ ਸਕੱਤਰ ਤੇ ਤੁਸੀਂ ਕਹੋ ਵੀ ਗੁਰੂ ਦੇ ਕਾਜ ਨਾਲੋਂ ਮੈਨੂੰ ਘਰ ਦਾ ਕਾਜ ਜ਼ਿਆਦਾ ਹੋ ਗਈ ਸੀ। ਇੱਥੇ ਵੀ ਤੁਹਾਡੀ ਨੈਤਿਕਤਾ ਤੇ ਸਵਾਲ ਉੱਠਦਾ, ਤੁਹਾਡੀ ਡਾਕਟਰੀ ਤੇ ਤੁਹਾਡੀ ਵਿਦਵਤਾ ਤੇ। ਇਸ ਲਈ ਇਹ ਹੁਣ ਗੱਲਾਂ ਦੇ ਨਾਲ ਤੁਸੀਂ ਪਾਕ ਸਾਫ਼ ਨਹੀਂ ਹੋ ਸਕੋਗੇ। ਦੇਖੋ ਮੈਂ ਤੁਹਾਨੂੰ ਮੰਨਦਾ, ਤੁਹਾਡੀ ਕਦਰ ਕਰਦਾ, ਜਦੋਂ ਜਾਂਚ ਚੱਲ ਪਈ ਸੀ ਮਰਦਾ ਵਾਂਗ ਤੁਸੀਂ ਖੜਦੇ, ਜਾਂਚ ਨਾਲ ਕਰਾਉਂਦੇ, ਆਪਣੇ ਬਿਆਨ ਦਿੰਦੇ, ਹੋਰਾਂ ਦੇ ਬਿਆਨ ਦਿੰਦੇ। ਤੁਹਾਨੂੰ ਕੋਈ ਗਲਤ ਐਲੀਗੇਸ਼ਨ ਲਾਉਂਦਾ, ਤੁਸੀਂ ਜਿਵੇਂ ਅੱਜ ਇਹ ਫੇਸਬੁੱਕ ਤੇ ਪਾਇਆ, ਤੁਸੀਂ ਉੱਥੇ ਕਹਿੰਦੇ ਵੀ ਇੱਥੇ ਮੈਂ ਐ ਨਹੀਂ, ਮੈਨੂੰ ਗਲਤ ਤਰੀਕੇ ਨਾਲ ਫਸਾਇਆ ਜਾ ਰਿਹਾ। ਇਹ ਗੱਲਾਂ ਫਿਰ ਤਾਂ ਜਸਟੀਫਾਈ ਹੋ ਜਾਂਦੀਆਂ। ਜਾਂਚ ਸ਼ੁਰੂ ਹੋਈ ਤੁਸੀਂ ਕੈਨੇਡਾ, ਜਾਂਚ ਖਤਮ ਹੋਈ ਤੁਸੀਂ ਇੰਡੀਆ, ਫਿਰ ਤੁਸੀਂ ਅਸਤੀਫਾ ਦਿੰਦੇ ਹੋ। ਅਸਤੀਫੇ 'ਚ ਕਹਿੰਦੇ ਮੈਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੰਦਾ। ਇਹ ਕਿਹੜੀ ਨੈਤਿਕਤਾ? ਨਾ ਅਸਤੀਫੇ ਦੇ ਵਿੱਚ ਕੋਈ ਤਰੀਕ, ਨਾ ਅਸਤੀਫੇ ਦੇ ਵਿੱਚ ਕੋਈ ਤਰੀਕ। ਜੇ ਅਸਤੀਫਾ ਤੁਸੀਂ ਜਾਣ ਤੋਂ ਪਹਿਲਾਂ ਦੇ ਗਏ ਫਿਰ ਛੁੱਟੀ ਕਿਹੜੀ ਲਈ ਸ਼੍ਰੋਮਣੀ ਕਮੇਟੀ ਤੋਂ? ਜੀ ਬਿਲਕੁਲ, ਜੇ ਤੁਸੀਂ ਅਸਤੀਫਾ ਜਾਣ ਤੋਂ ਪਹਿਲਾਂ ਦੇ ਕੇ ਗਏ ਫਿਰ ਤੁਸੀਂ ਛੁੱਟੀ ਕਿਹੜੀ ਗੱਲ ਦੀ ਲਈ? ਜੇ ਤੁਸੀਂ ਆ ਕੇ ਦਿੱਤਾ ਤੇ ਕਿੱਥੇ ਦਿੱਤਾ, ਕਿਹਨੂੰ ਦਿੱਤਾ? ਇਸ ਕਰਕੇ ਇਹਨਾਂ ਗੱਲਾਂ ਨਾਲ ਜਿਹੜੀ ਹੈ ਇਹ ਵੱਡੇ ਸਵਾਲ ਜਿਹੜੇ ਨੇ ਪੈਦਾ ਹੋ ਗਏ। ਜੀ ਬਿਲਕੁਲ ਭਾਈ ਗੁਰਪ੍ਰੀਤ ਸਿੰਘ ਜੀ, ਆਪਾਂ ਚਿੱਠੀ ਵੀ ਉਹ ਜਿਹੜੀ ਲੈ ਕੇ ਤੁਸੀਂ ਆਏ ਹੈਗੇ ਹੋ ਉਹਨੂੰ ਵੀ ਪੜ੍ਹ ਕੇ ਜ਼ਰੂਰ ਸੁਣਾ ਦਈਏ, ਜਿਹੜੀ ਕਿ 24 ਫਰਵਰੀ 2020 ਦੀ ਤਰੀਕ ਦੇ ਹੇਠ ਲਿਖੀ ਹੋਈ ਹੈ। ਇਹਦੇ ਵਿੱਚ ਕਮਲਜੀਤ ਸਿੰਘ ਦੇ ਸਾਈਨ ਹੈ। ਕਮਲਜੀਤ ਸਿੰਘ ਦੇ ਵੱਲੋਂ ਇਹ ਐਪਲੀਕੇਸ਼ਨ ਹੈ ਜਿਹੜੀ ਆਫਿਸ ਨੋਟ ਦੇ ਵਿੱਚ ਲਿਖਿਆ ਗਿਆ। ਉਸ ਤੋਂ ਬਾਅਦ ਮੀਤ ਸਕੱਤਰ ਦੇ ਸਾਈਨ ਨੇ ਤੇ ਡਾਕਟਰ ਰੂਪ ਸਿੰਘ ਦੇ ਇਹਦੇ ਤੇ ਸਿਗਨੇਚਰ ਹੋਏ ਨੇ ਪਬਲਿਕੇਸ਼ਨ ਬਿਊਰੋ ਦੇ ਲਈ। ਸ਼੍ਰੀਮਾਨ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ, ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ, ਸ਼੍ਰੀ ਅੰਮ੍ਰਿਤਸਰ ਵਿਖੇ ਮਿਤੀ 19/5/2016 ਨੂੰ 2016 ਨੂੰ ਲਿਖਿਆ ਹੋਇਆ 2016 ਨੂੰ ਹਾਲ ਨੰਬਰ 3 ਜਿਸ ਵਿੱਚ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ, ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰਕੇ ਅਚਾਨਕ ਅੱਗ ਲੱਗ ਗਈ ਸੀ। ਅੱਗ ਨਾਲ ਅਤੇ ਅੱਗ ਨੂੰ ਬੁਝਾਉਣ ਸਮੇਂ ਪਾਣੀ ਦੀ ਵਰਤੋਂ ਦੇ ਨਾਲ 80 ਪਾਵਨ ਸਰੂਪ ਜਿਹੜੇ ਹੈਗੇ ਨੇ ਉਹ ਸਮੇਤ ਚਿੱਟੇ ਰੁਮਾਲੇ ਤੇ ਚਾਦਰਾਂ, ਇਹ ਸਾਰਾ ਸਮਾਨ ਲਿਖਿਆ ਹੋਇਆ ਉਹਦੇ ਸਮੇਤ ਅਗਨ ਭੇਂਟ ਹੋ ਗਈ ਸੀ। ਪਾਵਨ ਸਰੂਪ ਜੋ ਕਿ ਪ੍ਰਕਾਸ਼ ਕਰਨ ਯੋਗ ਨਾ ਹੋਣ ਕਰਕੇ ਅੰਤਿਮ ਸੰਸਕਾਰ ਲਈ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤੇ ਗਏ ਸੀ। ਉਪਰੋਕਤ ਵੇਰਵੇ ਅਨੁਸਾਰ ਪਾਵਨ ਸਰੂਪ ਤੇ ਸਮਾਨ ਸਟਾਕ ਵਾਲੇ ਸਟੋਰ ਲੈਜਰਾਂ ਦੇ ਵਿੱਚ ਚਾਲੂ ਸਾਲ ਵਿੱਚ ਜਮ੍ਹਾਂ ਖਰਚ ਕਰਨ ਲਈ ਯੋਗ ਕਾਰਵਾਈ ਹਿੱਤ ਰਿਪੋਰਟ ਪੇਸ਼ ਹੈ ਜੀ। ਇਹਦੇ ਉੱਤੇ ਰੂਪ ਸਿੰਘ ਜੀ ਦੇ ਬਕਾਇਦਾ ਸਿਗਨੇਚਰ ਹੈਗੇ ਨੇ। ਸੋ ਇਹਦੇ ਵਿੱਚ ਤਾਂ ਕਿਉਂਕਿ ਹੁਣ ਵੀ ਜਿਹੜਾ ਗੋਇੰਦਵਾਲ ਸਾਹਿਬ ਸਰੂਪ ਭੇਜੇ ਗਏ, ਗੋਇੰਦਵਾਲ
ਗੋਇੰਦਵਾਲ ਸਾਹਿਬ ਦੇ ਇੱਕ ਅਮਰਜੀਤ ਸਿੰਘ ਨਾਮ ਦੇ ਸੇਵਾਦਾਰ ਨੇ, ਉਹਨਾਂ ਖਿਲਾਫ ਕਾਰਵਾਈ ਵੀ ਹੋਈ ਹੈ। ਤੇ ਇਹ ਵੀ ਹੁਣੇ ਅਜੀਤ ਦੀ ਇੱਕ ਰਿਪੋਰਟ ਦੇ ਵਿੱਚ ਆਪਾਂ ਪੜ੍ਹ ਰਹੇ ਹਾਂ, ਉਹਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਸਰੂਪ ਭੇਜੇ ਗਏ ਨੇ ਪਤਾ ਨਾ ਲੱਗੇ ਸੰਗਤ ਨੂੰ, ਕਿਉਂਕਿ ਰਿਕਾਰਡ ਦੇ ਵਿੱਚ ਦਰਜ ਨਹੀਂ ਸੀ ਕੀਤੇ, ਤਾਂ ਉਹ ਜਿਹੜਾ ਹੈਗਾ ਐਸਕॉर्ट ਕਰਕੇ ਲਿਜਾਏ ਗਏ। ਇਹ ਵੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ। ਸੋ ਹੁਣ ਤੁਹਾਨੂੰ ਕੀ ਲੱਗਦਾ ਭਾਈ ਸਾਹਿਬ ਕਿ ਡਾਕਟਰ ਰੂਪ ਸਿੰਘ ਨੂੰ ਇਸ ਮਸਲੇ ਦੇ ਵਿੱਚ ਕੀ ਕਰਨਾ ਚਾਹੀਦਾ, ਕਿ ਉਹਨਾਂ ਦਾ ਅਸਤੀਫਾ ਦੇ ਕੇ ਜਾਣਾ ਜਾਇਜ਼ ਲੱਗਦਾ ਤੁਹਾਨੂੰ? ਨਹੀਂ, ਡਾਕਟਰ ਸਾਹਿਬ ਇਹ ਦੱਸਣ ਵੀ ਜਿੱਦਣ ਪ੍ਰੈਸ ਕਾਨਫਰੰਸ ਕਰੀ ਸੀ ਉਦਣ ਝੂਠ ਬੋਲਿਆ ਜਾਂ ਤੁਹਾਡੀ ਚਿੱਠੀ ਝੂਠੀ ਹੈ। ਹੁਣ ਤੁਸੀਂ ਬਾਹਰ ਆ ਕੇ 80 ਸਰੂਪਾਂ ਤੇ ਤੁਸੀਂ ਸਿਗਨੇਚਰ ਕਰਦੇ ਹੋ, ਫਿਰ ਤੁਸੀਂ ਜਦੋਂ ਸਰੂਪ 14 ਸੀ ਜਿਹੜੀ ਤੁਸੀਂ 2 ਮਹੀਨੇ ਪਹਿਲਾਂ ਪ੍ਰੈਸ ਕਾਨਫਰੰਸ ਗਏ, ਫਿਰ ਤੁਸੀਂ 80 ਵਾਲੇ ਤੇ ਸਾਈਨ ਕਿਉਂ ਕੀਤੇ? ਆ ਤੁਹਾਡੇ ਸਿਗਨੇਚਰ ਨੇ, ਇਹ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚੋਂ ਅੱਜ ਜਾਂ ਇਹ ਕਹੋ ਆ ਕੇ ਦੱਸੋ ਵੀ ਇਹ ਫੇਕ ਹੈ, ਇਹ ਗਲਤ ਹੈ, ਇਹਨੂੰ ਜਸਟੀਫਾਈ ਕਰੋ। ਇਸ ਕਰਕੇ ਇਦਾਂ ਕਹਿਣ ਦੇ ਨਾਲ ਨਹੀਂ ਕੁਝ ਹੁੰਦਾ। ਤੁਸੀਂ ਭਾਈ ਸਾਹਿਬ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਮੰਨ ਲਓ ਪਬਲਿਕੇਸ਼ਨ ਬਿਊਰੋ ਦੇ ਵਿੱਚ ਅੱਗ ਲੱਗ ਵੀ ਗਈ, ਉੱਥੇ ਐਸਜੀਪੀਸੀ ਦਾ ਪ੍ਰਬੰਧ ਹੈ, ਦੁਨੀਆ 'ਚ ਇੱਕੋ ਹੀ ਥਾਂ ਹੈ ਜਿੱਥੇ ਸਰੂਪ ਛਪਦੇ ਨੇ, ਉੱਥੇ ਅੱਗ ਲੱਗਣ ਦੀ ਘਟਨਾ ਵਾਪਰ ਗਈ ਤੇ ਉਹਨਾਂ ਨੂੰ ਰਿਕਾਰਡ ਦੇ ਵਿੱਚ ਨਾਂ ਦਰਜ ਕਰਨਾ, ਇਹਦਾ ਕੀ ਮਤਲਬ ਆਂਦਾ? ਜੇ ਅੱਗ ਲੱਗੀ ਘਟਨਾ ਵਾਪਰੀ, ਇਹੀ ਗੱਲ ਆ। ਇਹ ਗੱਲਾਂ ਦੇ ਜਵਾਬ ਮੈਨੂੰ ਲੱਗਦਾ ਸੀ ਕਿ ਡਾਕਟਰ ਰੂਪ ਸਿੰਘ ਦੇ ਸਕਦੇ ਨੇ ਸਾਰੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜੀ। ਕਿਸ ਬੰਦੇ ਦੇ ਕਿਸੇ ਲੀਡਰ ਦੇ ਦਬਾਅ 'ਚ ਨਹੀਂ ਇਹ ਦਰਜ ਹੋਣ ਦਿੱਤੇ। ਇਹ ਜੇ ਦੇਖੋ ਇਹ ਹੁਣ ਛੋਟੇ ਮੁਲਾਜ਼ਮ ਨੇ ਥੋੜੀ ਦੇਣੇ ਸੀ, ਇਹ ਅਮਰਜੀਤ ਸਿੰਘ ਨੇ ਜਿਹੜਾ ਵਿਚਾਰਾ ਉੱਥੇ ਗੋਇੰਦਵਾਲ ਸਾਹਿਬ ਲੱਗਿਆ, ਇਹ ਉਹਨੇ ਥੋੜੀ ਦੱਸਣਾ ਸੀ, ਇਹ ਡਾਕਟਰ ਰੂਪ ਸਿੰਘ ਦੱਸ ਸਕਦੇ ਸੀ, ਕਿਉਂਕਿ ਹੀ ਇਜ਼ ਅ ਚੀਫ। ਬਿਲਕੁਲ, ਕਿਉਂਕਿ ਇਸੇ ਗੱਲ ਦੀ ਸਮਝ ਨਹੀਂ ਆਉਂਦੀ ਕਿ ਰਿਕਾਰਡ 'ਚ ਨਾਂ ਦਰਜ ਕਰਨ ਦਾ ਕੀ ਮਤਲਬ ਬਣਦਾ। ਨਾ ਹੀ ਤਾਂ ਗੋਇੰਦਵਾਲ ਸਾਹਿਬ ਦਰਜ ਹੋਏ, ਨਾ ਹੀ ਇੱਥੇ ਦਰਜ ਹੋਏ, ਇਹਦੇ ਪਿੱਛੇ ਤਕਨੀਕੀ ਕਾਰਨ ਕਿਸੇ ਨੂੰ ਸਮਝ ਨਹੀਂ ਆ ਰਿਹਾ। ਇਹੀ ਗੱਲ ਤਾਂ ਭੈਣ ਜੀ ਹੈਗੀ ਜਿਹੜੀ ਅਸੀਂ ਬਾਰ-ਬਾਰ ਕਿਉਂਕਿ ਸਾਨੂੰ ਇਹ ਲੱਗਦਾ ਕਿ ਇਹਦਾ ਜਵਾਬ ਡਾਕਟਰ ਰੂਪ ਸਿੰਘ ਦੇ ਸਕਦਾ, ਕਿਉਂਕਿ ਉਹ ਚੀਫ ਹੈ ਉਸ ਸਿਸਟਮ ਦਾ, ਪੋਲੀਟੀਕਲ ਬੰਦਾ ਨਹੀਂ ਦੇ ਸਕਦਾ। ਜੇ ਤੁਸੀਂ ਕਹੋ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਮੀਤ ਪ੍ਰਧਾਨ, ਉਹ ਤਾਂ ਆਪਣੇ ਪੋਲੀਟੀਕਲ ਮਵਾਦਾਂ ਲਈ ਕਦੇ ਕੁਝ ਕਹਿਣਗੇ ਕਦੇ ਕੁਝ ਕਹਿਣਗੇ। ਗੱਲ ਤਾਂ ਇਹ ਜਿਹੜੇ ਨੈਤਿਕਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ, ਇਹਨਾਂ ਸਤਪੁਰਸ਼ਾਂ ਨੂੰ ਪੁੱਛਦੇ ਆ ਵੀ ਇਹ ਦੱਸੋ ਵੀ ਇਹ ਕਾਰਨ ਕੀ ਹੈ, ਇਹ ਚਿੱਠੀ ਝੂਠੀ ਜਾਂ ਤੁਸੀਂ ਉਦੋਂ ਝੂਠ ਬੋਲਿਆ? ਪਰ ਰੂਪ ਸਿੰਘ ਹੁਣ ਵੀ ਦਾਅਵੇ ਨਾਲ ਕਹਿ ਰਹੇ ਨੇ, ਜਿਹੜੀ ਫੇਸਬੁੱਕ ਪੋਸਟ ਉਹਨਾਂ ਨੇ ਪਾਈ ਹੈ, ਉਹਨਾਂ ਨੇ ਕਿਹਾ ਕਿ ਮੈਂ ਜਦੋਂ ਇਕਾਂਤਵਾਸ ਚੋਂ ਬਾਹਰ ਆ ਗਿਆ, ਕਿਉਂਕਿ ਬਾਹਰੋਂ ਆਏ ਨੇ, ਇਕਾਂਤਵਾਸ 'ਚ ਰੱਖਿਆ ਹੋਣਾ, ਤੇ ਉਹ ਕਹਿੰਦੇ ਨੇ ਉਸ ਤੋਂ ਬਾਅਦ ਮੈਂ ਸਭ ਕੁਝ ਸਪਸ਼ਟ ਕਰਾਂਗਾ ਤੇ ਗੁਰੂ ਰਾਮਦਾਸ ਸਾਹਿਬ ਤੇ ਮੈਨੂੰ ਭਰੋਸਾ ਹੈ ਜਲਦੀ ਹੀ ਸੱਚ ਸਭ ਦੇ ਸਾਹਮਣੇ ਆਵੇਗਾ, ਇਹ ਕਹਿ ਰਹੇ ਨੇ। ਬਿਲਕੁਲ, ਅਸੀਂ ਸਵਾਗਤ ਕਰਦੇ ਹਾਂ ਵੀ ਉਹ ਸਾਬਤ ਕਰਨ, ਪਰ ਇਹ ਨਾ ਹੋਵੇ ਵੀ ਤੁਸੀਂ ਆਪਣੀ ਕੋਈ ਵੀਡੀਓ ਬਣਾ ਕੇ ਜਾਂ ਉਹ ਕਰਕੇ ਸਾਰੀ ਪ੍ਰੈਸ ਨੂੰ ਸੱਦੋ। ਬਲਕਿ ਚੰਗੀ ਗੱਲ ਹੈ ਕਿ ਤੁਸੀਂ ਸਾਨੂੰ ਵੀ ਸੱਦ ਲਿਓ ਉਸ ਦਿਨ ਪ੍ਰੈਸ ਦੇ ਸਾਹਮਣੇ, ਜਿਹੜੇ ਸਾਡੇ ਮਨ ਦੇ ਸ਼ੰਕੇ ਨੇ, ਜੇ ਤੁਸੀਂ ਸੱਚੇ ਹੋਏ ਅਸੀਂ ਤੁਹਾਤੋਂ ਤੇ ਸਾਰੀ ਪ੍ਰੈਸ ਦੇ ਸਾਹਮਣੇ ਖਿਮਾ ਮੰਗ ਲਾਂਗੇ ਜੀ। ਤੇ ਗੱਲ ਇਹ ਨਹੀਂ ਹੈਗੀ, ਦੇਖੋ ਤੁਹਾਡਾ ਇਹ ਕਹਿਣਾ ਮੈਨੂੰ ਪਰਿਵਾਰ ਦੀ ਮਜਬੂਰੀ ਆ ਗਈ, ਗੁਰੂ ਨਾਲੋਂ ਪਰਿਵਾਰ ਵੱਡਾ ਨਹੀਂ ਹੋ ਸਕਦਾ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸਾਬਾਸ, ਗੁਰਬਾਣੀ ਇਹ ਕਹਿੰਦੀ ਹੈ ਜਿਹਦਾ ਦਿੱਤਾ ਖਾ ਰਹੇ ਹੋ, ਠੀਕ ਆ, ਤੁਹਾਨੂੰ ਐਡੇ ਐਡੇ ਅਹੁਦੇ ਮਿਲੇ। ਤੇ ਦੂਸਰੀ ਗੱਲ, ਗੱਲਾਂ ਤਾਂ ਹੋਰ ਵੀ ਬਹੁਤ ਨੇ, ਪਰ ਮੈਨੂੰ ਲੱਗਦਾ ਇਸੇ ਗੱਲ ਦਾ ਜਵਾਬ ਡਾਕਟਰ ਸਾਹਿਬ ਸਹੀ ਤਰੀਕੇ ਨਾਲ ਦੇ ਦੇਣ। ਬਿਲਕੁਲ, ਕਿਉਂਕਿ ਡਾਕਟਰ ਰੂਪ ਸਿੰਘ ਇੱਕ ਇਹੋ ਜਿਹੀ ਸ਼ਖਸੀਅਤ ਨੇ, ਜਿਵੇਂ ਤੁਸੀਂ ਕਿਹਾ, ਤੁਸੀਂ ਵੀ ਰਿਗਾਰਡ ਕਰਦੇ ਸੀ, ਸਾਰੇ ਉਹਨਾਂ ਦਾ ਰਿਗਾਰਡ ਕਰਦੇ ਨੇ, ਇੱਥੋਂ ਤੱਕ ਜਥੇਦਾਰ ਸਾਹਿਬ ਤੱਕ ਰਿਗਾਰਡ ਕਰਦੇ ਨੇ, ਉਹਨਾਂ ਨੇ ਬਹੁਤ ਸਾਰਾ ਇਤਿਹਾਸ ਲਿਖਿਆ ਹੈ। ਅਗਰ ਉਹਨਾਂ ਦੇ ਨਿੱਜੀ ਜੀਵਨ ਦੀ ਗੱਲ ਕਰ ਲਈਏ ਤਾਂ ਮੈਨੂੰ ਜਿੱਥੋਂ ਤੱਕ ਪਤਾ ਹੈ ਕਿ ਜਦੋਂ ਡਿਊਟੀ ਤੇ ਰੋਜ਼ਾਨਾ ਆਉਂਦੇ ਨੇ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਜਾ ਕੇ ਮੱਥਾ ਟੇਕਣਾ ਨਹੀਂ ਉਹ ਕਦੇ ਵੀ ਭੁੱਲਦੇ। ਦਫ਼ਤਰ ਜਾਣ ਤੋਂ ਪਹਿਲਾਂ ਉਹ ਅੰਦਰ ਜਾ ਕੇ ਆਉਂਦੇ ਨੇ ਕਿ ਸ਼ਰਧਾ ਹੈ, ਸਭ ਕੁਝ ਹੈ, ਪਰ ਐਸੀ ਕੀ ਮਜਬੂਰੀ ਹੋ ਸਕਦੀ ਹੈ ਕਿ ਉਹ ਮਤਲਬ ਭੱਜ ਰਹੇ ਨੇ, ਜਾਂਚ ਤੋਂ ਵੀ ਭੱਜ ਗਏ ਜਾਂ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਜਾਣ ਦੇ ਲਈ? ਇਹ ਕੀ ਹੋ ਸਕਦਾ? ਤੁਸੀਂ ਤਾਂ ਅੰਦਰ ਰਹੇ ਹੋ। ਨਹੀਂ, ਮੈਂ ਹੁਣ ਵੀ ਅੰਦਰ ਹੈ। ਮੈਂ ਇਹੀ ਗੱਲ, ਮੈਂ ਦੇਖੋ ਸਾਰੀ ਸ਼੍ਰੋਮਣੀ ਕਮੇਟੀ ਵਿੱਚ ਹੋਰ ਬਥੇਰੇ ਸਕੱਤਰ ਨੇ, ਪਰ ਮੈਂ ਭਾਵੇਂ ਬਹੁਤਾ ਜ਼ਿਆਦਾ ਮੇਰਾ ਕੋਈ ਵਾਸਤਾ ਨਹੀਂ ਸੀ ਰਿਹਾ ਨੇੜੇ ਦਾ, ਪਰ ਫਿਰ ਵੀ ਮੇਰੇ ਪਿਤਾ ਜੀ ਨਾਲ ਜਾਂ ਹੋਰ ਜਿੰਨਾ ਕੁ ਸੀ ਮੈਨੂੰ ਇਹ ਲੱਗਦਾ ਸੀਗਾ ਕਿ ਇਹ ਇੱਕ ਬੰਦਾ ਮਤਲਬ ਇਸ ਤਰ੍ਹਾਂ ਦਾ ਬਹੁਤ ਅੱਛਾ ਇਨਸਾਨ ਆ, ਵਿਦਵਾਨ ਹੈ, ਕਿਤਾਬਾਂ ਲਿਖਦਾ ਹੈ, ਵੀ ਇਹਨੂੰ ਕਾਫੀ ਨੌਲੇਜ ਹੈ। ਪਰ ਜਿਹੜਾ ਵਿਦਵਾਨ ਬੰਦਾ ਹੁੰਦਾ ਉਹ ਕਦੇ ਸਿਸਟਮ ਦੇ ਅੱਗੇ ਝੁਕਦਾ ਨਹੀਂ ਹੁੰਦਾ ਜੀ। ਜਿੰਨੇ ਡਾਕਟਰ ਜਾਂ ਹੋਰ ਉਹ ਆਪਣੀ ਖੁੱਲ੍ਹ ਕੇ ਗੱਲ ਕਰਦੇ ਨੇ। ਹੁਣ ਮੈਂ ਡਾਕਟਰ ਰੂਪ ਸਿੰਘ ਹੋਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸੱਜੇ ਖੱਬੇ ਦੀਆਂ ਗੱਲਾਂ ਨਾਲੋਂ ਤੁਸੀਂ ਸਿਰਫ ਇਹ ਸਪਸ਼ਟ ਕਰੋ ਕੌਮ ਨੂੰ, 80 ਸਰੂਪਾਂ ਤੇ ਤੁਹਾਡੇ ਸਾਈਨ ਨੇ। ਪ੍ਰੈਸ ਕਾਨਫਰੰਸ ਤੁਸੀਂ 14 ਕਿਹਾ, ਇੱਕ ਜਗ੍ਹਾ ਤੁਸੀਂ ਜ਼ਰੂਰ ਝੂਠ ਬੋਲ ਰਹੇ ਹੋ, ਚਾਹੇ ਆ ਚਿੱਠੀ ਤੇ ਬੋਲ ਰਹੇ ਹੋ, ਚਾਹੇ ਪ੍ਰੈਸ ਕਾਨਫਰੰਸ ਬੋਲ ਰਹੇ ਹੋ। ਇਹ ਸਪਸ਼ਟ ਹੋਣਾ ਚਾਹੀਦਾ। ਇਹ ਸਪਸ਼ਟ ਤੁਸੀਂ ਨਹੀਂ ਕਰਦੇ। ਇਸ ਤਰ੍ਹਾਂ ਫੇਸਬੁੱਕਾਂ ਤੇ ਲਿਖਣ ਨਾਲ ਐਦਾਂ ਕਲੀਨ ਚਿੱਟ ਨਹੀਂ ਮਿਲਣੀ। ਰਿਟਾਇਰ ਤੁਸੀਂ ਵੈਸੇ ਹੀ ਹੋਣ ਵਾਲੇ ਸੀ, ਸਾਨੂੰ ਇਹ ਪਤਾ, 4 ਦਿਨ ਅੱਗੇ ਤੇ 4 ਦਿਨ ਪਿੱਛੇ। ਪਰ ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਇਸ ਜਾਂਚ ਤੋਂ ਭੱਜੇ, ਜਿਸ ਤਰੀਕੇ ਨਾਲ ਤੁਸੀਂ ਲੁਕਣ ਮਿੱਟੀ ਖੇਡਣ ਦੀ ਕੋਸ਼ਿਸ਼ ਕੀਤੀ, ਤੇ ਪਰਮਾਤਮਾ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਐਦਾਂ ਕੌਮ ਦੇ ਵਿੱਚ ਹਜੇ ਸਮਾਂ ਹੋਰ ਕੱਟਣਾ ਤੁਹਾਡੇ ਲਈ ਔਖਾ ਹੋ ਜਾਊਗਾ ਜੀ। ਤੇ ਇੱਕ ਭਾਈ ਸਾਹਿਬ, ਇੱਕ ਬਹੁਤ ਵੱਡਾ ਸਵਾਲ ਹਲੇ ਵੀ ਬਾਕੀ ਹੈ, ਜਿਹੜਾ ਕਹਿ ਰਿਹਾ ਕਿ ਕਿਹਾ ਜਾ ਰਿਹਾ ਕਿ ਜਾਂਚ ਹਲੇ ਵੀ ਅਧੂਰੀ ਹੈ, ਕਿਉਂਕਿ 328 ਸਰੂਪ ਨੇ ਜਿਹੜੇ ਉਹ ਗਏ ਕਿੱਥੇ, ਗਾਇਬ ਹੋ ਕੇ ਹੁਣ ਇਸ ਵਕਤ ਕਿੱਥੇ ਨੇ ਸਰੂਪ, ਕਿਹਦੇ ਕੋਲ ਨੇ, ਕਿਹਨੇ ਭੇਜੇ ਸੀ? ਵੱਡਾ ਸਵਾਲ ਹਲੇ ਵੀ ਬਾਕੀ ਹੈ। 18
ਸਤੰਬਰ ਨੂੰ ਜਿਹੜੀ ਉਸ ਵੇਲੇ ਦੀ ਅੰਤਰਿਮ ਕਮੇਟੀ ਸੀ ਉਹਨੂੰ ਤਲਬ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਨੇ। ਉਸ ਵੇਲੇ ਦੇ ਚੀਫ ਸੈਕਟਰੀ ਹਰਚਰਨ ਸਿੰਘ ਨੂੰ ਤਲਬ ਕੀਤਾ ਹੈ। ਸੋ ਕੀ ਲੱਗਦਾ ਤੁਹਾਨੂੰ ਕਿ ਉਹਨਾਂ ਨੂੰ ਜਦੋਂ ਤਲਬ ਕਰਨਗੇ ਤਾਂ ਕੀ ਇਹ ਗੱਲ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿ ਸਰੂਪ ਗਏ ਕਿੱਥੇ ਉਸ ਵੇਲੇ? ਦੇਖੋ ਇਹੀ ਤਾਂ ਗੱਲ ਹੈ। ਮੈਨੂੰ ਇਹ ਪਤਾ ਲੱਗਿਆ ਕਿ ਇੱਕ ਮਨਜੀਤ ਸਿੰਘ ਸਕੱਤਰ ਨੇ 2016 ਦੇ ਵਿੱਚ ਇੱਕ ਨੋਟ ਦਿੱਤਾ ਸੀ। ਅੱਛਾ। ਉਹ ਪਬਲਿਕੇਸ਼ਨ ਬਿਊਰੋ ਦਾ ਡਿਪਾਰਟਮੈਂਟ ਦਾ ਹੈੱਡ ਸੀ। ਉਹਨੇ ਕਿਹਾ ਵੀ ਲੇਜ਼ਰ ਬੁੱਕ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਫਿਜ਼ੀਕਲੀ ਗਿਣਤੀ ਕਰਕੇ ਮਿਲਾ ਲਈ ਜਾਵੇ। ਠੀਕ ਹੈ। ਡਿਊਰਿੰਗ ਪੀਰੀਅਡ ਉਹਨਾਂ ਦੀ ਬਦਲੀ ਹੋ ਗਈ। ਉਸ ਤੋਂ ਬਾਅਦ ਕਹਿੰਦੇ ਡਾਕਟਰ ਰੂਪ ਸਿੰਘ ਆ ਗਏ। ਮੈਨੂੰ ਇਹਦੇ ਬਾਰੇ ਪੂਰਾ ਕਲੀਅਰ ਨਹੀਂ ਡਾਕਟਰ ਸਾਹਿਬ ਦੱਸਦਾ ਨੇ, ਪਰ ਜੋ ਮੈਨੂੰ ਪਤਾ ਲੱਗਿਆ ਜੀ, ਤਾਂ ਇਹਨਾਂ ਨੇ ਆ ਕੇ ਮਤਲਬ ਜਿਹੜਾ ਇੱਕ ਅਫਸਰ ਜਾਂ ਅਧਿਕਾਰੀ ਤੁਹਾਡੀ ਗੱਲ ਛੱਡ ਕੇ ਗਿਆ ਤੇ ਇਹ ਡਿਊਟੀ ਇਹਨਾਂ ਦੀ ਬਣਦੀ ਸੀ। ਇਸ ਕਰਕੇ ਇਹ ਸਵਾਲ ਕੱਲਾ ਇੱਥੇ ਨਹੀਂ, ਇਹ ਇਸ ਪਾਸੇ ਉਹਨੂੰ ਗੱਲ ਜਾ ਰਹੀ ਹੈ। ਤਾਂ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਇਹਨਾਂ ਨੇ ਕੀਤਾ ਉਹ, ਪਰ ਇਹ ਮਤਲਬ ਇਹ ਹੁਣ ਇਹੀ ਤਾਂ ਸਵਾਲ ਹੈ ਕਿਵੇਂ ਜਾਂਦੇ ਰਹੇ ਜਦੋਂ ਇੱਕ ਮਰਜ਼ਾਦਾ ਕਿ 5 ਸਿੰਘਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾ ਸਕਦਾ। ਸ਼੍ਰੋਮਣੀ ਕਮੇਟੀ ਦਾ ਮੈਂਬਰ ਪ੍ਰਚਾਰਕ ਉਹਨੂੰ ਰਿਕਮੈਂਡ ਕਰੇ। ਜਿਹੜਾ ਲੋਕਲ ਗੁਰੂ ਘਰ ਪੈਂਦਾ ਉੱਥੇ ਫਤਿਹਗੜ੍ਹ ਸਾਹਿਬ ਹੋ ਗਿਆ, ਦੂਖਨਿਵਾਰਨ ਸਾਹਿਬ ਹੋ ਗਿਆ, ਗੋਇੰਦਵਾਲ ਸਾਹਿਬ ਹੋ ਗਿਆ, ਜਿੱਥੇ ਵੱਡੇ ਅਸਥਾਨ ਨੇ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਨੇ ਭੇਟ ਕੀਤੇ ਜਾਂਦੇ ਨੇ ਪਿੰਡਾਂ ਦੇ ਵਿੱਚ, ਤੇ ਇੱਥੋਂ ਕਿਵੇਂ ਨਿਕਲ ਗਏ? ਬਿਲਕੁਲ ਬਹੁਤ ਵੱਡੀ ਇਹ ਇੱਕ ਲਾਪਰਵਾਹੀ ਹੈ। ਜਿਵੇਂ ਰਿਪੋਰਟ ਦੇ ਵਿੱਚ ਵੀ ਲਿਖਿਆ ਸੀ ਜਥੇਦਾਰ ਸਾਹਿਬਾਨਾਂ ਦੀ ਕਿ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਸੋ ਇੱਕ ਭਾਈ ਸਾਹਿਬ ਹੋਰ ਸਵਾਲ ਮੈਂ ਪੁੱਛਣਾ ਚਾਹਾਂਗੀ। ਜਿਵੇਂ ਕਿਹਾ ਜਾ ਰਿਹਾ ਕਿ ਇਹ ਸਰੂਪ ਜਦੋਂ ਅਗਨ ਭੇਂਟ ਹੋ ਜਾਂਦੇ ਨੇ, ਕੋਈ ਇਦਾਂ ਦੀ ਘਟਨਾ ਵਾਪਰ ਜਾਂਦੀ ਹੈ ਜਾਂ ਫਿਰ ਬਜ਼ੁਰਗ ਹੋਣ ਤੋਂ ਬਾਅਦ ਕੀਤੇ ਜਾਂਦੇ ਨੇ ਜਾਂ ਕੁਝ ਵੀ, ਸੋ ਉਸ ਤੋਂ ਬਾਅਦ ਮਰਿਆਦਾ ਕੀ ਕਹਿੰਦੀ ਹੈ? ਜਿਵੇਂ ਇਸ ਮਸਲੇ ਦੇ ਵਿੱਚ ਵੀ ਇਹ ਇਲਜ਼ਾਮ ਲੱਗ ਰਹੇ ਨੇ ਕਿ ਮਰਿਆਦਾ ਦੀ ਉਲੰਘਣਾ ਹੋਈ। ਮਰਿਆਦਾ ਕੀ ਹੁੰਦੀ ਹੈ? ਦੇਖੋ ਇਹਦਾ ਇੱਕ ਜਦੋਂ ਇਸ ਤਰ੍ਹਾਂ ਦੇਖੋ ਹੁਣ ਜਿਹੜੀ ਰਾਮਸਰ ਸਾਹਿਬ ਵਾਲੀ ਸ਼ਾਰਟ ਸਰਕਟ ਹੋਇਆ, ਹਾਂਜੀ, ਉਹ ਕਿਸੇ ਨੇ, ਮੈਂ ਇਹ ਤਾਂ ਕਹਿ ਨਹੀਂ ਸਕਦਾ ਵੀ ਕਿਸੇ ਨੇ ਜਾਣ ਕੇ ਅੱਗ ਲਾਈ ਹੈ। ਬਿਲਕੁਲ ਐਕਸੀਡੈਂਟ ਹੋਇਆ ਨਾ, ਦੁਰਘਟਨਾ ਵਾਪਰੀ। ਹੁਣ ਹੈਰਾਨੀ ਦੀ ਗੱਲ ਤਾਂ ਵੀ ਉਹ ਐਕਸੀਡੈਂਟ ਨੂੰ ਤੁਸੀਂ ਲੁਕੋਇਆ ਕਿਉਂ? ਉਹਦਾ ਵਿੱਚ ਬਣਦਾ ਇਹ ਸੀ ਜੋ ਵੀ ਉੱਤੇ ਹੋਇਆ ਸੀ ਉਹਦਾ ਤੁਸੀਂ ਪੂਰਾ ਦੱਸ ਦਿੰਦੇ ਵੀ ਆਹ ਕੰਮ ਹੋ ਗਿਆ। ਉਸ ਤੋਂ ਬਾਅਦ ਬੜੇ ਤਰੀਕੇ ਦੇ ਨਾਲ ਸਾਰੀ ਸੰਗਤ ਜਾਂਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਥੇ ਜਿਹੜਾ ਸਰੂਪਾਂ ਦਾ ਸੰਸਕਾਰ ਹੁੰਦਾ। ਉਸ ਤੋਂ ਬਾਅਦ ਫਿਰ ਪਛਤਾਤਾਪ ਕੀਤਾ ਜਾਂਦਾ। ਗਲਤੀ ਕੋਈ ਵੀ ਜਿਹੜੀ ਹੈ ਚਾਹੇ ਹੋ ਜਾਵੇ ਜਾਣ ਬੁੱਝ ਕੇ ਤੇ ਚਾਹੇ ਹੋ ਜਾਵੇ ਅਚਨਚੇਤ, ਤੇ ਸਾਡੇ ਸਿੱਖ ਧਰਮ ਦੇ ਵਿੱਚ ਇਹੀ ਕਨਸੈਪਟ ਆ ਕਿ ਉਹਦਾ ਪਛਤਾਤਾਪ ਕੀਤਾ ਜਾਂਦਾ, ਉਹਦੀ ਮਾਫੀ ਮੰਗੀ ਜਾਂਦੀ ਹੈ। ਤੇ ਉਹ ਹੁਣ ਰਿਪੋਰਟ ਕਹਿ ਰਹੀ ਆ ਵੀ ਇਹਨਾਂ ਨੇ ਉਹ ਵੀ ਨਹੀਂ ਕੀਤਾ। ਮੇਰਾ ਖਿਆਲ ਹੈ ਵੀ ਚਲੋ ਜੇ ਉਹ ਬਾਹਰੀ ਰੂਪ ਨਹੀਂ ਸੀ ਕਰਨਾ, ਜਿੱਥੇ ਇੰਨਾ ਕੁਝ ਲੁਕੋ ਲਿਆ ਤੇ ਉਹ ਵੀ ਚੁੱਪ ਕਰਕੇ ਅਖੰਡ ਪਾਠ ਸਾਹਿਬ ਕਰਕੇ ਕਰ ਲੈਂਦੇ, ਆਪਣੀ ਗੁਰੂ ਦੇ ਅੱਗੇ ਤਾਂ ਸੁਰਖਰੂ ਹੋ ਜਾਂਦੇ। ਯਾਨੀ ਕਿ ਅਖੰਡ ਪਾਠ ਸਾਹਿਬ ਕੀਤੇ ਜਾਂਦੇ ਨੇ ਬਕਾਇਦਾ, ਅਰਦਾਸ ਬਿਲਕੁਲ ਅਰਦਾਸ ਹੁੰਦੀ ਹੈ। ਜਾਨੀ ਜੇ ਤੁਸੀਂ ਲੋਕਾਂ ਤੋਂ ਲੁਕਾਉਣਾ ਚਾਹੁੰਦੇ ਸੀ, ਤੁਹਾਡੇ ਪੋਲੀਟੀਕਲ ਕਾਰਨ ਸੀ, ਤਾਂ ਕਮ ਸੇ ਕਮ ਤੁਸੀਂ ਗੁਰੂ ਦੀ ਦਰਗਾਹ ਦੇ ਵਿੱਚ ਤਾਂ ਸੁਰਖਰੂ ਹੋ ਜਾਂਦੇ। ਜੇ ਅੱਜ ਤੁਸੀਂ ਇਹ ਕੰਮ ਕੀਤਾ ਹੁੰਦਾ ਤਾਂ ਤੁਹਾਡੇ ਕੋਲ ਸਬੂਤ ਹੁੰਦਾ ਤਾਂ ਤੁਸੀਂ ਇਹ ਕਹਿ ਸਕਦੇ ਸੀਗੇ ਵੀ ਠੀਕ ਹੈ ਜੀ ਅਸੀਂ ਪੋਲੀਟੀਕਲ ਕਾਰਨਾਂ ਕਰਕੇ ਇਹ ਨਹੀਂ ਦੱਸਿਆ, ਪਰ ਅਸੀਂ ਗੁਰੂ ਤੋਂ ਮਾਫੀ ਮੰਗ ਲਈ ਸੀ। ਤੇ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਦੋਸ਼ੀ ਤੇ ਗੁਰੂ ਦੀ ਕਚਹਿਰੀ ਦੇ ਵਿੱਚ ਵੀ ਦੋਸ਼ੀ ਬਣ ਗਏ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਸੋ ਬਹੁਤ ਹੀ ਨਾਜ਼ੁਕ ਮਸਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ। ਸਿੱਖ ਕੌਮ ਦੇ ਜੁਗੋ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਜਿਹੜੇ ਪਬਲਿਕੇਸ਼ਨ ਬਿਊਰੋ ਦੇ ਵਿੱਚੋਂ ਗਾਇਬ ਹੋਏ ਨੇ, ਪਰ ਗਾਇਬ ਹੋ ਕੇ ਗਏ ਕਿੱਥੇ ਨੇ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ। ਹਾਲਾਂਕਿ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋ ਕੇ ਆਈ ਹੋਈ ਹੈ। ਇਸ ਜਾਂਚ ਤੋਂ ਬਾਅਦ ਜਿਹੜੇ ਲੋਕਾਂ ਨੂੰ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ, ਅਧਿਕਾਰੀਆਂ ਨੂੰ ਇਸ ਦੇ ਵਿੱਚ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ, ਕਿਸੇ ਨੂੰ ਸਸਪੈਂਡ, ਕਿਸੇ ਨੂੰ ਮੁਅੱਤਲ, ਉਹਨਾਂ ਦੇ ਵਿੱਚੋਂ ਵੀ ਕੁਝ ਲੋਕ ਇਹੋ ਜਿਹੇ ਹੈਗੇ ਨੇ। ਇੱਕ ਜਣੇ ਦਾ ਤਾਂ ਮੈਨੂੰ ਖੁਦ ਨੂੰ ਫੋਨ ਆਇਆ ਇੱਕ ਅਧਿਕਾਰੀ ਦਾ ਕਿ ਮੈਂ ਬਿਲਕੁਲ ਹੀ ਨਿਰਦੋਸ਼ ਹਾਂ, ਮੈਨੂੰ ਰਗੜਿਆ ਗਿਆ ਜਾਣਬੁੱਝ ਕੇ, ਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਮੀਡੀਆ ਦੇ ਸਾਹਮਣੇ ਖੁਲਾਸਾ ਕਰੂੰਗਾ ਕਿਉਂਕਿ ਮੈਂ ਗੁਰੂ ਪ੍ਰਤੀ ਬੇਈਮਾਨ ਨਹੀਂ ਹੈਗਾ। ਸੋ ਇੱਥੇ ਵੀ ਫਿਰ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਂਚ ਕਰਵਾਈ ਗਈ ਹੈ ਕਿ ਉਹਦੇ ਵਿੱਚ ਵੀ ਕੋਈ ਕਮੀ ਪੇਸ਼ੀ ਰਹਿ ਗਈ। ਸੋ ਸਭ ਤੋਂ ਵੱਡਾ ਸਵਾਲ ਜਿਹੜਾ ਡਾਕਟਰ ਰੂਪ ਸਿੰਘ ਤੇ ਉੱਠ ਰਿਹਾ ਕਿਉਂਕਿ ਉਹ ਅਸਤੀਫਾ ਦੇ ਕੇ ਚਲੇ ਗਏ ਨੇ। ਉਹਨਾਂ ਦੇ ਉੱਤੇ ਜਿਹੜੇ ਇਹ ਇਲਜ਼ਾਮ ਲੱਗੇ ਨੇ ਕਿ ਹੁਣੇ ਜੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ 16 ਸਰੂਪ ਸੀਗੇ, 5 ਸੜੇ ਸੀ ਅੱਗ ਦੇ ਵਿੱਚ ਤੇ ਉਸ ਤੋਂ ਬਾਅਦ 9 ਜਿਹੜੇ ਪਾਣੀ ਦੀ ਵਾਛੜ ਦੇ ਨਾਲ ਖਰਾਬ ਹੋ ਗਏ ਸੀ। ਪਰ ਸਾਈਨ ਉਹਨਾਂ ਦੇ ਹੋਏ ਨੇ ਜਿਹੜੀ ਚਿੱਠੀ ਦੇ ਉੱਤੇ, ਉਹਦੇ ਉੱਤੇ ਬਕਾਇਦਾ ਤੌਰ ਤੇ ਲਿਖਿਆ 80 ਸਰੂਪ ਅਗਨ ਭੇਂਟ ਹੋ ਗਏ ਸੀ ਤੇ 80 ਦੇ 80 ਹੀ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਸੀ। ਸੋ ਇਸ ਦੇ ਵਿੱਚ ਪੂਰੀ ਸੰਗਤ ਹੈ ਜਿਹੜੀ ਆਸ ਕਰਦੀ ਹੈ ਕਿ ਡਾਕਟਰ ਰੂਪ ਸਿੰਘ ਆਪਣਾ ਮੂੰਹ ਖੋਲਣਗੇ ਤੇ ਸੱਚਾਈ ਜ਼ਰੂਰ ਦੱਸਣਗੇ। ਧੰਨਵਾਦ।